जनवरी महीना सन 1761 ਦੇ ਵਿੱਚ ਦਿੱਲੀ ਤੋਂ ਤਕਰੀਬਨ 60 ਮੀਲ ਦੂਰ ਪਾਣੀਪਤ ਦੇ ਅਸਥਾਨ ਦੇ ਉੱਤੇ ਇੱਕ ਜੰਗ ਲੜੀ ਗਈ। ਜੰਗ ਮਰਾਠਿਆਂ ਅਤੇ ਅਫਗਾਨਿਸਤਾਨ ਦੇ ਬਾਦਸ਼ਾਹ ਦੇ ਵਿਚਕਾਰ ਹੋਈ। ਥੋੜਾ ਜਿਹਾ ਮੈਂ ਇਹ ਦੱਸ ਦਵਾਂ ਕਿ ਜਨਵਰੀ ਮਹੀਨੇ ਵਿੱਚ ਲੜੀ ਗਈ ਇਹ ਜਿਹੜੀ ਜੰਗ ਹੈ, ਇਹ ਅਹਿਮਦ ਸ਼ਾਹ ਅਬਦਾਲੀ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਜੰਗ ਸੀ। ਇਹ ਉਹ ਸਮਾਂ ਸੀ ਜਦੋਂ ਇੱਕ ਪਾਸੇ ਮਰਾਠੇ ਤੇ ਦੂਸਰੇ ਪਾਸੇ ਅਬਦਾਲੀ ਦੋਵੇਂ ਹੀ ਆਪਣੀ ਬਾਦਸ਼ਾਹਤ ਵਧਾਉਣ ਦੇ ਵਿੱਚ ਲੱਗੇ ਹੋਏ ਸਨ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਅਤੇ ਇਲਾਕੇ ਨੂੰ ਆਪਣੀ ਸਲਤਨਤ ਦਾ ਹਿੱਸਾ ਬਣਾਉਣਾ ਚਾਹੁੰਦੇ ਸੀ। ਜਿੱਥੇ ਮਰਾਠੇ ਲਗਾਤਾਰ ਲੜਾਈਆਂ ਜਿੱਤ ਕੇ ਬਹੁਤ ਖੁਸ਼ ਸੀ, ਉੱਥੇ ਨਾਲ ਦੀ ਨਾਲ ਅਹਿਮਦ ਸ਼ਾਹ ਅਬਦਾਲੀ ਨੂੰ ਇੱਕ ਖਤਰਾ ਮਹਿਸੂਸ ਹੋ ਰਿਹਾ ਸੀ ਕਿ ਮਰਾਠਿਆਂ ਦੀ ਵੱਧ ਰਹੀ ਤਾਕਤ ਸ਼ਾਇਦ ਉਹਦੇ ਤਖਤ ਨੂੰ ਹਿਲਾ ਸਕਦੀ ਹੋਵੇ। ਅਬਦਾਲੀ ਨੂੰ ਲੱਗ ਰਿਹਾ ਸੀ ਕਿ ਮਰਾਠਿਆਂ ਦੀ ਵੱਧਦੀ ਤਾਕਤ ਉਹਦੇ ਹਿੰਦੁਸਤਾਨੀ ਸੂਬਿਆਂ ਦੇ ਨਾਲ-ਨਾਲ ਅਫਗਾਨ ਪ੍ਰਾਂਤਾਂ ਲਈ ਵੀ ਖਤਰਾ ਬਣ ਸਕਦੀ ਹੈ। ਹੋਇਆ ਕਿ ਅਬਦਾਲੀ ਲਈ ਇਸ ਜੰਗ ਦਾ ਮਕਸਦ ਆਪਣੇ ਸਾਮਰਾਜ ਲਈ ਇੱਕ ਬਹੁਤ ਵੱਡੇ ਖਤਰੇ ਨੂੰ ਦੂਰ ਕਰਨਾ ਸੀ ਤੇ ਨਾਲ ਦੀ ਨਾਲ ਆਪਣੀ ਸਲਤਨਤ ਦੇ ਵਿੱਚ ਆਪਣਾ ਦਬਦਬਾ ਹੋਰ ਪੱਕਾ ਕਰਨਾ ਸੀ। ਇਤਿਹਾਸਕਾਰ ਕਹਿੰਦੇ ਨੇ ਕਿ ਇਸ ਜੰਗ ਦੇ ਵਿੱਚ ਅਬਦਾਲੀ ਨੇ ਮਰਾਠਿਆਂ ਦਾ ਇੱਕ ਐਸਾ ਲੱਕ ਤੋੜਿਆ ਕਿ ਜਾਂਦਾ ਜਾਂਦਾ ਅਬਦਾਲੀ ਇਹ ਗੱਲ ਕਹਿ ਕੇ ਗਿਆ ਸੀ ਕਿ ਮਰਾਠੇ ਹੁਣ ਕਈ ਸਦੀਆਂ ਤੱਕ ਉੱਠ ਨਹੀਂ ਸਕਣਗੇ। ਐਸਾ ਹੋਇਆ ਵੀ। ਜਿਸ ਟਾਈਮ ਅਬਦਾਲੀ ਅਗਲੇ ਸਾਲ ਦੁਬਾਰਾ ਫਿਰ ਹਮਲਾ ਕਰਨ ਦੇ ਲਈ ਆਉਂਦਾ ਹੈ ਤਾਂ ਉਸ ਟਾਈਮ ਮਰਾਠੇ ਉਹਦਾ ਮੁਕਾਬਲਾ ਕਰਨ ਜੋਗੇ ਨਹੀਂ ਹੁੰਦੇ, ਸਗੋਂ ਮਰਾਠੇ ਉਹਦੇ ਲਈ ਤੋਹਫੇ ਲੈ ਕੇ ਪੇਸ਼ ਹੁੰਦੇ ਨੇ ਤੇ ਉਹਦੇ ਨਾਲ ਰਜ਼ਾਮੰਦੀ ਕਰਦੇ ਨੇ ਤੇ ਭੁੱਲ ਜਾਂਦੇ ਨੇ ਕਿ ਅਬਦਾਲੀ ਨੇ ਸਾਡੀ ਕਿਤਨੀ ਕਤਲੋਗਾਰਤ ਕੀਤੀ ਸੀ। ਇਹ ਵੀ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਅਫਗਾਨਿਸਤਾਨ ਦੇ ਇੱਕ ਵੱਡੇ ਇਲਾਕੇ ਵਿੱਚ ਪਾਣੀਪਤ ਦੀ ਇਸ ਜੰਗ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਲੇਕਿਨ ਉਸ ਨੂੰ ਮਰਾਠਾਈ ਬਹਾਲ ਭਾਵ ਕਿ ਮਰਾਠਿਆਂ ਨੂੰ ਹਰਾ ਦੇਣਾ ਇਸ ਸ਼ਬਦ ਨਾਲ ਯਾਦ ਕੀਤਾ ਜਾਂਦਾ ਹੈ। ਇਹ ਵੀ ਮੈਂ ਦੱਸ ਦਵਾਂ ਕਿ ਕੰਧਾਰ ਇਲਾਕੇ ਵਿੱਚ ਅੱਜ ਵੀ ਇਹ ਪਸ਼ਤੋ ਜ਼ੁਬਾਨ ਦੀ ਇੱਕ ਕਹਾਵਤ ਦੇ ਤੌਰ ਤੇ ਮਸ਼ਹੂਰ ਹੈ, ਭਾਵ ਕਿ ਜਦੋਂ ਆਮ ਬੋਲ ਚਾਲ ਦੇ ਵਿੱਚ ਕਿਸੇ ਨੂੰ ਦਬਾਉਣਾ ਹੋਵੇ ਤਾਂ ਉਹ ਸ਼ਬਦ ਵਰਤਦੇ ਨੇ ਕਿ ਤੂੰ ਕਿਹੜੇ ਮਰਾਠੇ ਨੂੰ ਹਰਾ ਕੇ ਆਇਆ ਹੈ। ਹੁਣ ਮੈਂ ਥੋੜਾ ਜਿਹਾ ਆਪਣੇ ਇਤਿਹਾਸ ਵੱਲ ਆਉਣ ਲੱਗਾ, ਨਾਲ ਇਸ ਪਾਣੀਪਤ ਮੂਵੀ ਵੱਲ ਆਉਣ ਲੱਗਾ। ਇਹ ਪਾਣੀਪਤ ਮੂਵੀ ਦੇ ਬਾਰੇ ਜਦੋਂ ਮੈਂ ਫੇਸਬੁੱਕ ਉੱਤੇ ਕੁਝ ਵੀਰਾਂ ਵੱਲੋਂ ਲਿਖੇ ਹੋਏ ਲੇਖ ਪੜ੍ਹ ਰਿਹਾ ਸੀ ਤਾਂ ਮੇਰਾ ਵੀ ਮਨ ਕੀਤਾ ਵੀ ਮੈਂ ਦੇਖਾਂ, ਪਰ ਮੈਂ ਜਦੋਂ ਇਹ ਦੇਖੀ ਮੂਵੀ ਦੇਖੀ ਤਾਂ ਮੈਂ ਹੈਰਾਨ ਹੋ ਗਿਆ ਕਿ ਇਸ ਮੂਵੀ ਦੇ ਵਿੱਚ ਜੋ ਕੁਝ ਵਿਖਾਇਆ ਗਿਆ ਹੈ ਉਹ ਜ਼ਿਆਦਾ ਕਾਲਪਨਿਕ ਹੈ, ਜ਼ਿਆਦਾ ਕਹਾਣੀਆਂ ਨੇ, ਅਸਲੀਅਤ ਤੋਂ ਬਹੁਤ ਦੂਰ ਹੈ ਇਹ ਸਾਰੀ ਦੀ ਸਾਰੀ ਮੂਵੀ, ਕਿਉਂਕਿ ਇਹਦੇ ਵਿੱਚ ਮਰਾਠਿਆਂ ਦੀ ਜਿਹੜੀ ਬਹਾਦਰੀ ਹੈ ਉਹਨੂੰ ਬੜਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਹੈ। ਪਰ ਜੇਕਰ ਵੇਖਿਆ ਜਾਵੇ ਤੇ ਇਹ ਕੋਰੇ ਝੂਠ ਦੇ ਉੱਤੇ ਆਧਾਰਿਤ ਮੂਵੀ ਤਿਆਰ ਕੀਤੀ ਗਈ ਹੈ। ਪਾਣੀਪਤ ਦੀ ਲੜਾਈ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਉੱਤੇ 5ਵੇਂ ਹਮਲੇ ਦੇ ਸਮੇਂ ਹੋਈ ਸੀ, ਜਿਸ ਵਿੱਚ ਉਸਨੇ ਮਰਾਠਾ ਤਾਕਤ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ। ਪਰ ਇਸ ਤੋਂ ਬਾਅਦ ਵੀ ਉਸਨੇ 3 ਹਮਲੇ ਭਾਰਤ ਉੱਤੇ ਹੋਰ ਕੀਤੇ ਨੇ। ਪਰ ਜਦੋਂ ਮੂਵੀ ਵੇਖੀ ਜਾਏ ਤਾਂ ਉਹਦੇ ਵਿੱਚ ਇਹ ਅਹਿਸਾਸ ਦਿਵਾਇਆ ਗਿਆ ਹੈ ਕਿ ਮਰਾਠਿਆਂ ਨਾਲ ਜੰਗ ਲੜਨ ਤੋਂ ਬਾਅਦ ਅਬਦਾਲੀ ਦਾ ਇਹ ਹਾਲ ਹੋ ਗਿਆ ਸੀ ਕਿ ਬਾਅਦ ਚ ਉਹਨੇ ਕੋਈ ਹਮਲਾ ਨਹੀਂ ਸੀ ਕੀਤਾ। ਇਹ ਵੀ ਕੋਰਾ ਝੂਠ ਹੈ। ਇਸ ਮੂਵੀ ਵਿੱਚ ਮਹਾਰਾਜਾ ਆਲਾ ਸਿੰਘ ਦਾ ਥੋੜਾ ਜਿਹਾ ਰੋਲ ਵਿਖਾਇਆ ਗਿਆ ਹੈ ਔਰ ਇਹ ਵੀ ਦੱਸਿਆ ਗਿਆ ਕਿ ਅਬਦਾਲੀ ਨੂੰ ਡਰ ਸੀ ਕਿ ਮਰਾਠੇ ਕਿਤੇ ਪੰਜਾਬ ਤੱਕ ਅੱਪੜ ਕੇ ਸਿੱਖਾਂ ਨੂੰ ਆਪਣੇ ਨਾਲ ਨਾ ਮਿਲਾ ਲੈਣ। ਪਰ ਇਹ ਕਿਤੇ ਨਹੀਂ ਵਿਖਾਇਆ ਗਿਆ ਕਿ ਇਸ ਜੰਗ ਤੋਂ ਬਾਅਦ ਅਬਦਾਲੀ 2200 ਮਰਾਠਾ ਕੁੜੀਆਂ ਨੂੰ ਕੈਦ ਕਰਕੇ ਆਪਣੇ ਨਾਲ ਲਿਜਾ ਰਿਹਾ ਸੀ ਤਾਂ ਉਹਦੇ ਪੰਜਾਬ ਵਿੱਚੋਂ ਲੰਘਣ ਸਮੇਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਵਿੱਚ ਗੋਇੰਦਵਾਲ ਪਤਨਾ ਜੇ ਟੱਪੀ ਨਹੀਂ ਸੀ ਅਬਦਾਲੀ ਦੀ ਫੌਜ ਤੇ ਸਿੱਖਾਂ ਨੇ ਉਹਦੇ ਤੇ ਹਮਲਾ ਕੀਤਾ ਤੇ ਉਹ ਹਿੰਦੂ ਕੁੜੀਆਂ ਨੂੰ ਕੈਦ ਵਿੱਚੋਂ ਛੁਡਾ ਕੇ ਤੇ ਆਪਣੇ ਸਾਧਨਾਂ ਦੇ ਨਾਲ ਵਾਪਸ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਸੀ।
ਇਹੋ ਕਾਰਨ ਸਰਦਾਰ ਆਹਲੂਵਾਲੀਆ ਨੂੰ ਹਿੰਦੂ ਕੁੜੀਆਂ ਬੰਦੀ ਛੋੜ ਕਹਿਣ ਲੱਗ ਪਈਆਂ ਸੀ। ਔਰ ਮੈਂ ਇਹ ਵੀ ਦੱਸ ਦਵਾਂ, ਇਤਿਹਾਸ ਕਹਿੰਦਾ ਹੈ ਕਿ ਇਸ ਘਟਨਾ ਤੋਂ ਪਿੱਛੋਂ ਅਬਦਾਲੀ ਨੂੰ ਸਿੱਖਾਂ ਉੱਤੇ ਇਹੋ ਜਿਹਾ ਗੁੱਸਾ ਆਇਆ ਕਿ ਉਹਨੇ ਕਸਮ ਖਾ ਲਈ ਸੀ ਕਿ ਭਾਰਤ ਉੱਤੇ ਜਿਹੜਾ ਅਗਲਾ ਹਮਲਾ ਕਰਾਂਗਾ ਉਹ ਮੈਂ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਕਰਾਂਗਾ। ਔਰ ਐਸਾ ਹੋਇਆ ਵੀ। ਬਾਅਦ ਵਿੱਚ ਉਹਨੇ ਜਿਹੜਾ ਹਮਲਾ ਕੀਤਾ 5 ਫਰਵਰੀ ਸਨ 1762 ਨੂੰ ਸਿੱਖਾਂ ਦੇ ਬਾਲ ਬੱਚੇ ਨੂੰ ਉਹਨੇ ਪੀੜਿਆ। ਮਲੇਰਕੋਟਲੇ ਕੋਲ ਚਾਰੇ ਪਾਸਿਓਂ ਅਬਦਾਲੀ ਦੀ ਫੌਜ ਨੇ ਘੇਰਾ ਪਾ ਲਿਆ ਸੀ ਤੇ ਇੱਕ ਐਡਾ ਵੱਡਾ ਹਮਲਾ, ਇਹ 6ਵਾਂ ਹਮਲਾ ਸੀ ਹਿੰਦੁਸਤਾਨ ਉੱਤੇ ਜਿਹੜਾ ਕਿ ਸਿੱਖਾਂ ਨੂੰ ਕੁਚਲਣ ਦੇ ਲਈ ਉਹਨੇ ਕੀਤਾ ਸੀ। ਐਸੀ ਤਲਵਾਰ ਵਹੀ ਕਿ ਵੱਡੇ ਘੱਲੂ ਘਾਰੇ ਦੇ ਨਾਮ ਨਾਲ ਉਸ ਦਿਨ ਨੂੰ ਆਪਾਂ ਯਾਦ ਕਰਦੇ ਆਂ। ਇੰਨੀ ਵੱਡੀ ਤਾਦਾਦ ਵਿੱਚ ਸਿੱਖਾਂ ਦਾ ਉਹ ਕਤਲੋਗਾਰਤ ਕਰ ਗਿਆ। ਪਰ ਉਹਦੇ ਤੋਂ ਬਾਅਦ ਇੱਕ ਚੀਜ਼ ਮੈਂ ਦੱਸ ਦਵਾਂ ਕਿ ਮਰਾਠੇ ਤਾਂ ਬਾਅਦ ਵਿੱਚ ਅਬਦਾਲੀ ਨੂੰ ਤੋਹਫੇ ਲੈ ਕੇ ਪੇਸ਼ ਹੁੰਦੇ ਰਹੇ, ਜਦ ਕਿ ਇਸ ਮੂਵੀ ਦੇ ਵਿੱਚ ਮਰਾਠਿਆਂ ਦੀ ਬਹਾਦਰੀ ਦਿਖਾਈ ਗਈ ਹੈ, ਪਰ ਇਹ ਕੋਰਾ ਝੂਠ ਹੈ। ਥੋੜਾ ਜਿਹਾ ਮੈਂ ਦੱਸ ਦੇਣਾ। ਸਿੱਖ ਇਤਿਹਾਸ ਵਿੱਚ ਤੇ ਮਰਾਠਿਆਂ ਦੀ ਮਾਨਸਿਕਤਾ ਦੇ ਵਿੱਚ ਬੜਾ ਫਰਕ ਹੈ। ਸਨ 1761 ਵਿੱਚ ਅਬਦਾਲੀ ਤੋਂ ਮਾਰ ਖਾ ਕੇ ਜਿੱਥੇ ਮਰਾਠਿਆਂ ਦਾ ਇੰਨਾ ਬੁਰਾ ਹਾਲ ਹੋ ਗਿਆ ਸੀ ਕਿ ਜਦੋਂ ਅਬਦਾਲੀ ਅਗਲੇ ਸਾਲ ਫਰਵਰੀ ਸਨ 1762 'ਚ ਸਿੱਖਾਂ ਨੂੰ ਕੁਚਲਣ ਦੇ ਲਈ ਆਇਆ ਤੇ ਮਰਾਠੇ ਪਹਿਲਾਂ ਹੀ ਅੱਗੇ ਡੰਡੌਤਾਂ ਕਰਨ ਦੇ ਲਈ ਪਹੁੰਚ ਚੁੱਕੇ ਸੀ, ਮੱਥੇ ਟੇਕਣ ਦੇ ਲਈ ਅਬਦਾਲੀ ਨੂੰ ਪਹੁੰਚ ਚੁੱਕੇ ਸੀ, ਹੱਥ ਜੋੜਨ ਲਈ ਪਹੁੰਚ ਚੁੱਕੇ ਸੀ। ਪਰ ਦੂਸਰੇ ਪਾਸੇ ਸਿੱਖਾਂ ਉੱਤੇ ਘੱਲੂ ਘਾਰਾ ਫਰਵਰੀ ਸਨ 1762 ਵਾਪਰਿਆ। ਪਰ ਜਦੋਂ ਜ਼ਖਮੀ ਸਿੱਖ ਕੁਝ ਦਿਨਾਂ ਲਈ ਚੁੱਪ ਕਰਕੇ ਬੈਠੇ ਹੋਏ ਸਨ ਤਾਂ ਉਹਨਾਂ ਨੇ ਝੂਰਾ ਨਹੀਂ ਝੂਰਿਆ ਕਿ ਸਾਡਾ ਕਿਹੜਾ ਰਿਸ਼ਤੇਦਾਰ ਮਰ ਗਿਆ, ਸਾਡਾ ਕਿੰਨਾ ਨੁਕਸਾਨ ਹੋ ਗਿਆ। ਸਗੋਂ ਸਾਰੇ ਸਿੱਖਾਂ ਨੇ ਇੱਕ ਸਾਂਝੀ ਮੀਟਿੰਗ ਬੁਲਾਈ ਤੇ ਇਹ ਮਤਾ ਪਾਸ ਕੀਤਾ, ਇਸ ਅਬਦਾਲੀ ਨੂੰ ਭਾਜੀ ਮੋੜਨੀ ਕਿੱਦਾਂ। ਹੁਣ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਉਧਰੋਂ ਵਿਸਾਖੀ ਤੋਂ ਪਹਿਲਾਂ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਵੀ ਬਰੂਦ ਦੇ ਨਾਲ ਉਡਾ ਦਿੱਤਾ ਸੀ। ਸਰੋਵਰ ਵਿੱਚ ਜਿਹੜਾ ਸੀ ਮਲਬਾ ਸੁੱਟ ਕੇ ਉਹਨੇ ਪੂਰ ਦਿੱਤਾ ਸੀ। ਔਰ ਅਬਦਾਲੀ ਨੂੰ ਇਹ ਵਹਿਮ ਪੈ ਗਿਆ ਸੀ ਕਿ ਇੰਨੀ ਮਾਰ ਖਾ ਚੁੱਕੇ ਨੇ ਸਿੱਖ ਮੇਰੇ ਕੋਲੋਂ, ਹੁਣ ਉੱਠਣਗੇ ਨਹੀਂ ਉਹ ਕਈ ਮਹੀਨੇ। ਪਰ ਉਹਦਾ ਇਹ ਵਹਿਮ ਸਿੱਖਾਂ ਨੇ ਦੂਰ ਕਿੱਦਾਂ ਕੀਤਾ, ਹੁਣ ਥੋੜਾ ਜਿਹਾ ਮੈਂ ਦੱਸ ਦਵਾਂ। ਅਬਦਾਲੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਵਾਪਸ ਪਰਤੇ ਹੈ। ਸਿੰਘਾਂ ਨੇ ਥੋੜੇ ਚਿਰ ਬਾਅਦ ਪਹਿਲਾ ਹਮਲਾ, ਤਕਰੀਬਨ 3 ਮਹੀਨੇ ਦੀ ਗੱਲ ਹੈ, ਤਕਰੀਬਨ 3 ਮਹੀਨਿਆਂ ਬਾਅਦ ਸਰਹੰਦ ਦੇ ਉੱਤੇ ਹਮਲਾ ਕੀਤਾ ਤੇ ਅਬਦਾਲੀ ਦੇ ਅਹਿਲਕਾਰਾਂ ਨੂੰ ਵੱਢ ਟੁੱਕ ਕੇ ਹਥਿਆਰਾਂ ਅਤੇ ਘੋੜਿਆਂ ਦੀ ਘਾਟ ਪੂਰੀ ਕੀਤੀ। ਫਿਰ ਪੂਰਾ ਮਾਲਵਾ ਘੋੜਿਆਂ ਦੀਆਂ ਪੈੜਾਂ ਹੇਠ ਲਤਾੜ ਸੁੱਟਿਆ ਸਿੱਖਾਂ ਨੇ। ਅਕਤੂਬਰ ਸਨ 1762 ਵਿੱਚ ਅਬਦਾਲੀ ਨਾਲ ਅੰਮ੍ਰਿਤਸਰ ਦੇ ਮੈਦਾਨ ਵਿੱਚ ਜੰਗ ਲੜਨ ਦਾ ਮਤਾ ਵੀ ਸਿੰਘਾਂ ਨੇ ਪਾ ਦਿੱਤਾ ਦੀਵਾਲੀ ਨੂੰ। ਉਧਰ ਅਬਦਾਲੀ ਲਾਹੌਰ ਵਿੱਚ ਬੈਠਾ ਹੋਇਆ ਸੀ ਤੇ ਘਬਰਾ ਰਿਹਾ ਸੀ ਕਿ ਸਿੱਖਾਂ ਦੇ ਨਾਲ ਮੈਂ ਕਿੱਦਾਂ ਦੋ ਹੱਥ ਕਰਾਂ, ਕਿਉਂਕਿ ਉਹ ਸੋਚਦਾ ਸੀ ਮਰਾਠਿਆਂ ਦਾ ਲੱਕ ਤੋੜ ਦਿੱਤਾ ਹੈ ਵੀ ਸ਼ਾਇਦ ਸਿੱਖ ਵੀ ਇਦਾਂ ਦੇ ਨੇ। ਨਹੀਂ, ਕੀ ਹੋਇਆ, ਅਬਦਾਲੀ ਨੇ ਆਪਣੇ ਕੁਝ ਦੂਤ ਸਿੰਘਾਂ ਦੇ ਕੋਲ ਭੇਜੇ ਤੇ ਉਹਦੇ ਦੂਤ ਜਾ ਕੇ ਕਹਿੰਦੇ ਨੇ, ਸਿੱਖੋ ਬਾਦਸ਼ਾਹ ਸਲਾਮਤ ਅਬਦਾਲੀ ਨਾਲ ਲੜ ਕੇ ਤਾਂ ਤੁਸੀਂ ਵੇਖ ਹੀ ਲਿਆ, ਤੁਸੀਂ ਉਹਦੇ ਨਾਲ ਟੱਕਰ ਨਹੀਂ ਲੈ ਸਕਦੇ, ਇਸ ਕਰਕੇ ਬਗਾਵਤ ਦਾ ਰਾਹ ਛੱਡ ਦਿਓ। ਬਾਦਸ਼ਾਹ ਤੁਹਾਡੀ ਬਹਾਦਰੀ ਦਾ ਬਹੁਤ ਕਾਇਲ ਹੈ, ਤੁਹਾਡੀ ਜਾਂਬਾਜ਼ ਕੌਮ ਨਾਲ ਦੋਸਤੀ ਕਰਨਾ ਚਾਹੁੰਦਾ ਹੈ। ਆਓ ਬਾਦਸ਼ਾਹ ਸਲਾਮਤ ਅੱਗੇ ਨਜ਼ਰਾਨਾ ਰੱਖੋ ਅਤੇ ਪੰਜਾਬ ਦੀ ਹਕੂਮਤ ਸਾਂਭ ਲਓ। ਕਹਿੰਦਾ ਤੁਸੀਂ ਬਾਦਸ਼ਾਹ ਅਬਦਾਲੀ ਦੇ ਅਧੀਨ ਹੋਵੋਗੇ ਤੇ ਇਸ ਤਰ੍ਹਾਂ ਦਿੱਲੀ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕੇਗੀ। ਇਹ ਬੜਾ ਸੁਨਹਿਰੀ ਮੌਕਾ ਹੈ ਸਿੱਖੋ, ਇਹਨੂੰ ਆਪਣੇ ਹੱਥੀਂ ਨਾ ਜਾਣ ਦਿਓ। ਉਦੋਂ ਸਿੱਖ ਆਗੂ ਬੜੇ ਦੂਰ ਅੰਦੇਸ਼ ਹੁੰਦੇ ਸੀ, ਅੱਜ ਵਰਗੇ ਨਹੀਂ ਸੀ ਕੁਰਸੀਆਂ ਦੇ ਲਾਲਚੀ। ਉਹਨਾਂ ਨੇ ਬੜੀ ਠਰਮੇ ਦੇ ਨਾਲ ਗੱਲ ਸੁਣੀ। ਉਹ ਸਮਝ ਗਏ ਜੇ ਅਸੀਂ ਅਬਦਾਲੀ ਦੀ ਅੱਜ ਗੱਲ ਮੰਨ ਲਈ ਤਾਂ ਅਸੀਂ ਬਿਨਾਂ ਲੜਿਆਂ ਹੀ ਖਤਮ ਹੋ ਜਾਵਾਂਗੇ। ਜੋ ਕੌਮਾਂ ਲੜਾਈਆਂ 'ਚ ਨਹੀਂ ਮਰਦੀਆਂ ਉਹ ਕਈ ਵਾਰ ਸੁਲ੍ਹਾ 'ਚ ਖਤਮ ਹੋ ਜਾਂਦੀਆਂ ਨੇ। ਹਾਲਾਂਕਿ ਉਸ ਸਮੇਂ ਪੰਜਾਬ ਦੀ ਸੂਬੇਦਾਰੀ ਅੱਜ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਰੁਤਬੇ ਤੋਂ ਵੀ ਵੱਡੀ ਹੁੰਦੀ ਸੀ, ਪਰ ਸਿੰਘਾਂ ਨੂੰ ਕਿਸੇ ਹੋਰ ਦੀ ਤਾਕਤ ਦੀ ਅਧੀਨਗੀ ਕਬੂਲ ਨਹੀਂ ਸੀ। ਕਹਿੰਦੇ ਨੇ ਅਬਦਾਲੀ ਦੇ ਉਸ ਦੂਤ ਨੂੰ ਸਿੰਘਾਂ ਨੇ ਜਿਹੜਾ ਜਵਾਬ ਦਿੱਤਾ ਨਾ, ਉਹ ਸੁਣਨ ਵਾਲਾ ਸੀ।
ਤੇ ਉਸ ਜਵਾਬ ਨੂੰ ਸਰਦਾਰ ਸੋਹਣ ਸਿੰਘ ਸ਼ੀਤਲ ਨੇ ਲਿਖਿਆ। ਬੋਲੇ ਅੱਗੋਂ ਖਾਲਸੇ, ਕਹਿੰਦੇ ਦੂਤ ਨੂੰ ਜਾ ਕੇ ਆਖਿਆ, ਜਾਓ ਅਬਦਾਲੀ ਨੂੰ ਜਾ ਕੇ ਆਖ ਦਿਓ ਵੀ ਖਾਲਸਾ ਪੰਥ ਇਹ ਗੱਲ ਕਹਿੰਦਾ। ਬੋਲੇ ਅੱਗੋਂ ਖਾਲਸੇ, ਸੁਣ ਲਓ ਕੰਨ ਲਾ ਕੇ, ਤੁਸੀਂ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਸਹੁੰ ਉਸ ਨੂੰ ਅੱਲਾ ਪਾਕ ਦੀ ਆਵੇ ਟਿੱਲ ਲਾ ਕੇ, ਅਸੀਂ ਰਣ ਵਿੱਚ ਉਸ ਨੂੰ ਮਿਲਾਂਗੇ ਹੱਥ ਤੇਗ ਉਠਾ ਕੇ। ਅਸੀਂ ਸੁਲ੍ਹਾ ਕਰਾਂਗੇ ਉਸ ਨਾਲ ਖੈਬਰ ਵਿੱਚ ਆ ਕੇ, ਤੇ ਰੱਤ ਨਾਲ ਸ਼ਰਤਾਂ ਲਿਖਾਂਗੇ ਗੱਲ ਬੰਨੇ ਲਾ ਕੇ। ਉਹ ਨਜ਼ਰਾਨੇ ਚਾਵੇ ਪੰਥ ਤੋਂ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸ਼ੀਤਲਾ ਨੱਕ ਨੱਥ ਪਵਾ ਕੇ। ਅਬਦਾਲੀ ਨੂੰ ਵੀ ਪਤਾ ਸੀ ਕਿ ਸਿੱਖ ਇਹ ਸਮਝੌਤਾ ਨਹੀਂ ਮੰਨਣਗੇ, ਗੱਲ ਨਹੀਂ ਬਣੇਗੀ। ਕਹਿੰਦੇ ਦੂਤ ਵਾਪਸ ਪਰਤਿਆ, ਕਿਉਂਕਿ ਸਿੱਖਾਂ ਨੇ ਗੱਲ ਕਹੀ ਸੀ ਕਿ ਅਬਦਾਲੀ ਸਾਡਾ ਦਾਤਾ ਨਹੀਂ ਹੈ, ਅਬਦਾਲੀ ਲੁਟੇਰਾ ਹੈ, ਤੇ ਅਸੀਂ ਉਹਦੇ ਨਾਲ ਉਦਾਂ ਹੀ ਨਿਪਟਾਂਗੇ ਜਿੱਦਾਂ ਲੁਟੇਰਿਆਂ ਨਾਲ ਨਿਪਟਿਆ ਜਾਂਦਾ ਹੈ। ਅਸੀਂ ਅਬਦਾਲੀ ਦੇ ਮੰਗਤੇ ਬਣਨ ਨੂੰ ਤਿਆਰ ਨਹੀਂ। ਅੱਗੇ ਸੁਣਿਓ, ਸਨ 1762 ਵਿੱਚ 17 ਅਕਤੂਬਰ ਨੂੰ ਪਿਪਲੀ ਸਾਹਿਬ ਦੇ ਕੋਲ ਸਿੰਘਾਂ ਅਤੇ ਅਫਗਾਨੀਆਂ ਦੀ ਜੰਗ ਹੋਈ। ਅੱਜ ਸਿੰਘਾਂ ਨੂੰ ਆਪਣੇ ਵਹੀਰ ਨੂੰ ਬਚਾਉਣ ਦੀ ਚਿੰਤਾ ਨਹੀਂ ਸੀ। ਇਹ ਲੜਾਈ ਉਹਨਾਂ ਨੇ ਤਾਂ ਖੁਦ ਕਈ ਸੁੱਖਾਂ ਮੰਗ ਕੇ ਰੱਬ ਤੋਂ ਲਈ ਹੋਈ ਸੀ। ਇਹੋ ਹੀ ਕਾਰਨ ਕਿ ਉਹਨਾਂ ਦੀ ਤਲਵਾਰ 'ਚ ਬਿਜਲੀ ਵਰਗੀ ਫੁਰਤੀ ਤੇ ਗਜਬ ਦਾ ਇੱਕ ਬਲ ਸੀ। ਸਿੰਘਾਂ ਨੇ ਪਲਾਂ ਦੇ ਵਿੱਚ ਹੀ ਦੁਰਾਨੀਆਂ ਦੇ ਆਹੂ ਲਾ ਸੁੱਟੇ। ਇੰਨੀ ਤਲਵਾਰ ਚਲਾਈ, ਇੰਨੀ ਤਲਵਾਰ ਵਾਹੀ ਕਿ ਸ਼ਾਮ ਹੋਣ ਤੋਂ ਪਹਿਲਾਂ ਹੀ ਅਬਦਾਲੀ ਦੀ ਫੌਜ ਸਿੰਘਾਂ ਦੇ ਅੱਗੇ ਲੱਗ ਕੇ ਭੱਜ ਉੱਠੀ ਸੀ। ਵਾਪਸ ਭੱਜਦੇ ਕਈ ਪਠਾਨ ਸਿੰਘਾਂ ਨੇ ਫੜੇ ਤੇ ਬਾਅਦ ਵਿੱਚ ਉਹਨਾਂ ਪਠਾਨਾਂ ਦੇ ਕੋਲੋਂ ਅੰਮ੍ਰਿਤਸਰ ਸਾਹਿਬ ਦੀ ਸਾਫ਼ ਸਫਾਈ ਕਰਵਾਈ। ਇਹ ਵੀ ਦੱਸ ਦਵਾਂ, ਅਬਦਾਲੀ ਨੇ ਇੱਕ ਹਮਲਾ ਫੇਰ ਕੀਤਾ, ਪਰ ਦੁਬਾਰਾ ਫਿਰ ਉਹਨੂੰ ਮੂੰਹ ਦੀ ਖਾਣੀ ਪਈ ਤੇ ਵਾਪਸ ਉਹ ਹਾਰ ਕੇ ਕਾਬਲ ਨੂੰ ਮੁੜ ਗਿਆ ਸੀ। ਉਹ ਪਿਆਰੇ ਹੋਏ ਹੈ, ਸਿੱਖਾਂ ਤੇ ਮਰਾਠਿਆਂ ਦੀ ਦੋ ਕੌਮਾਂ ਦੀ ਮਾਨਸਿਕਤਾ ਦਾ ਫਰਕ ਹੈ, ਪਰ ਹੈਰਾਨੀ ਹੈ ਕਿ ਉਹ ਆਪਣੇ ਝੂਠ ਨੂੰ ਵੀ ਸੱਚ ਕਰਕੇ ਦਿਖਾ ਰਹੇ ਨੇ। ਤੇ ਸਾਡੇ ਕੋਲ ਸਰਦਾਰ ਹਰੀ ਸਿੰਘ ਨਲੂਏ ਵਰਗੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੇ ਸਿੱਖਾਂ ਦਾ ਇਤਿਹਾਸ ਹੈ, ਲੇਕਿਨ ਅਸੀਂ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਦੱਸ ਹੀ ਨਹੀਂ ਪਾਏ। ਉਹਨਾਂ ਨੇ ਆਪਣਾ ਝੂਠ ਵੀ ਦਿਖਾ ਦਿੱਤਾ, ਉਹਨਾਂ ਨੇ ਆਪਣਾ ਲੋਹਾ ਵੀ ਸੋਨੇ ਦੇ ਭਾਅ ਵੇਚ ਦਿੱਤਾ, ਤੇ ਸਾਡਾ ਜਿਹੜਾ ਸੋਨਾ ਹੈ ਉਹ ਲੋਹੇ ਤੋਂ ਵੀ ਭਰਾਂਦ ਜਿਹੜਾ ਉਹ ਰੁੱਲ ਰਿਹਾ ਹੈ। ਜ਼ਰੂਰਤ ਹੈ ਆਪਣੀ ਕੌਮ ਨੂੰ, ਆਪਣੇ ਬੱਚਿਆਂ ਨੂੰ ਦੱਸਣ ਦੀ ਕਿ ਇਹੋ ਜਿਹੀਆਂ ਝੂਠੀਆਂ ਫਿਲਮਾਂ ਨਾ ਵੇਖੋ। ਜੇ ਵੇਖਦੇ ਹੋ ਆਪਣਾ ਇਤਿਹਾਸ ਯਾਦ ਰੱਖੋ, ਤੁਹਾਨੂੰ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ। ਤੇ ਜੇ ਇਤਿਹਾਸ ਬਾਰੇ ਨੌਲੇਜ ਹੈ ਤਾਂ ਇਹੋ ਜਿਹੀਆਂ ਫੇਕ ਮੂਵੀਆਂ ਕੁਝ ਨਹੀਂ ਕਰ ਸਕਣਗੀਆਂ। ਉਹ ਆਪਣੇ ਝੂਠ ਨੂੰ ਸੱਚ ਦੱਸ ਰਹੇ ਨੇ, ਤੇ ਸਾਡੇ ਵਰਗੇ ਜਿਹੜੇ ਲੋਕ ਹੈ ਉਹ ਆਪਣੇ ਸੱਚ ਨੂੰ ਵੀ ਲੋਕਾਂ ਤੱਕ ਨਹੀਂ ਪਹੁੰਚਾ ਸਕੇ।